प्यारे बच्चों, वेरी गुड आफ्टरनून। बच्चों, कल असी पाठ 17 ठगी दा भूत कहानी नूं पढ़िया सी। अज बच्चों असी इसके पाठ 17 ਦੀ ਪ੍ਰਸ਼ਨ ਉੱਤਰ ਅਤੇ ਅਭਿਆਸ ਤੁਹਾਨੂੰ ਸਮਝਾਵਾਂਗੇ। ਤੁਸੀਂ ਸਾਰੇ ਬੱਚੇ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ। ਦੀਪ ਤੇ ਉਸ ਦੀ ਭੈਣ ਖੇਤਾਂ ਨੂੰ ਕੀ ਕਰਨ ਜਾਂਦੇ ਸਨ। ਦੀਪ ਤੇ ਉਸ ਦੀ ਭੈਣ ਖੇਤਾਂ ਨੂੰ ਕੀ ਕਰਨ ਜਾਂਦੇ ਸਨ। ਬੱਚੋ, ਕੀ ਕਰਨ ਜਾਂਦੇ ਸਨ ਖੇਤਾਂ ਨੂੰ? ਆਪਣੇ ਪਿਤਾ ਜੀ ਨੂੰ ਰੋਟੀ ਦੇਣ ਲਈ। ਕਿਸ ਲਈ ਜਾਂਦੇ ਸਨ ਬੱਚੋ? ਆਪਣੇ ਪਿਤਾ ਜੀ ਨੂੰ ਰੋਟੀ ਦੇਣ ਲਈ। ਦੂਜਾ ਪ੍ਰਸ਼ਨ ਹੈ ਬੱਚੋ, ਪਿੰਡ ਤੋਂ ਖੇਤਾਂ ਦਾ ਰਸਤਾ ਕਿੱਦਾਂ ਦਾ ਸੀ? ਪਿੰਡ ਤੋਂ ਖੇਤਾਂ ਦਾ ਰਸਤਾ ਕਿੱਦਾਂ ਦਾ ਸੀ? ਪਿੰਡ ਸਾਰਾ ਰਸਤਾ ਬੱਚੋ ਕਿਵੇਂ ਸੀ? ਸਾਰਾ ਰਸਤਾ ਕੱਚਾ ਅਤੇ ਡੂੰਘਾ ਸੀ। ਸਾਰਾ ਰਸਤਾ ਕੱਚਾ ਅਤੇ ਡੂੰਘਾ ਸੀ। ਅਗਲਾ ਪ੍ਰਸ਼ਨ ਹੈ ਬੱਚੋ, ਦੀਪ ਦੀ ਉਸ ਦੀ ਭੈਣ ਨੂੰ ਕਿੱਥੇ ਜਾ ਕੇ ਡਰ ਲੱਗਦਾ ਸੀ? ਦੀਪ ਤੇ ਉਸ ਦੀ ਭੈਣ ਨੂੰ ਕਿੱਥੇ ਜਾ ਕੇ ਡਰ ਲੱਗਦਾ ਸੀ? ਖੇਤਾਂ ਦੇ ਰਸਤੇ ਵਿੱਚ ਝਾੜੀਆਂ ਕੋਲ ਜਾ ਕੇ। ਕਿੱਥੇ ਡਰ ਲੱਗਦਾ ਸੀ ਬੱਚੋ? ਖੇਤਾਂ ਦੇ ਰਸਤੇ ਵਿੱਚ ਜਿਹੜੀਆਂ ਬੱਚੋ ਝਾੜੀਆਂ ਸਨ, ਉੱਥੇ ਜਾ ਕੇ ਤੇ ਉਹਨਾਂ ਨੂੰ ਬੜਾ ਡਰ ਲੱਗਦਾ ਸੀ। ਖੇਤਾਂ ਦੇ ਰਸਤੇ ਵਿੱਚ ਝਾੜੀਆਂ ਦੇ ਕੋਲ ਜਾ ਕੇ। ਅਗਲਾ ਪ੍ਰਸ਼ਨ ਹੈ ਬੱਚੋ, ਝਾੜੀਆਂ ਵਿੱਚੋਂ ਕਿਹੜੀ ਆਵਾਜ਼ ਆਉਂਦੀ ਸੀ? ਉਸ ਝਾੜੀਆਂ ਵਿੱਚੋਂ ਬੱਚੋ ਕਿਹੜੀ ਆਵਾਜ਼ ਆਉਂਦੀ ਸੀ? ਠਹਿਰੋ, ਮੈਨੂੰ ਭੁੱਖ ਲੱਗੀ ਹੈ। ਜੋ ਕੁਝ ਵੀ ਤੇਰੇ ਪਾਸ ਹੈ ਇੱਥੇ ਹੀ ਰੱਖ ਦੇ, ਨਹੀਂ ਤਾਂ ਤੇਰੀ ਖੈਰ ਨਹੀਂ। ਝਾੜੀਆਂ ਵਿੱਚ ਬੱਚੋ ਕੀ ਆਵਾਜ਼ ਆਉਂਦੀ ਸੀ? ਠਹਿਰੋ। ਕੋਈ ਵੀ ਮਨੁੱਖ ਜਦੋਂ ਝਾੜੀਆਂ ਵਿੱਚੋਂ ਜੋ ਵੀ ਮਨੁੱਖ ਸੀ, ਉਸਨੂੰ ਜਦੋਂ ਪਤਾ ਚੱਲਦਾ ਸੀ ਕਿ ਕੋਈ ਜਾ ਰਿਹਾ ਹੈ ਤੇ ਉਹ ਆਵਾਜ਼ ਕੀ ਮਾਰਦਾ ਸੀ? ਠਹਿਰੋ, ਮੈਨੂੰ ਭੁੱਖ ਲੱਗੀ ਹੈ। ਜੋ ਕੁਝ ਵੀ ਤੇਰੇ ਪਾਸ ਹੈ ਇੱਥੇ ਹੀ ਰੱਖ ਦੇ, ਨਹੀਂ ਤਾਂ ਤੇਰੀ ਖੈਰ ਨਹੀਂ ਹੈ। ਤੇਜ ਤੇ ਉਸਦੇ ਸਾਥੀਆਂ ਨੇ ਜਾ ਕੇ ਕੀ ਦੇਖਿਆ? ਤੇਜ ਤੇ ਉਸਦੇ ਸਾਥੀਆਂ ਨੇ ਵੇਖਿਆ ਕਿ ਪਖੰਡੀ ਸਾਧੂ ਭੂਤ ਬਣ ਕੇ ਲੋਕਾਂ ਨੂੰ ਡਰਾਉਂਦਾ ਹੈ। ਕਿ ਪਖੰਡੀ ਸਾਧੂ ਭੂਤ ਬਣ ਕੇ ਲੋਕਾਂ ਨੂੰ ਡਰਾਉਂਦਾ ਹੈ। ਇਹ ਸੀ ਬੱਚੋ ਇਸ ਦੇ ਛੋਟੇ ਪ੍ਰਸ਼ਨ ਉੱਤਰ। ਹੁਣ ਬੱਚੋ ਅਸੀਂ ਕਰਾਂਗੇ ਇਸ ਦੇ ਵੱਡੇ ਪ੍ਰਸ਼ਨ ਉੱਤਰ। ਤੇਜ ਤੇ ਉਸਦੇ ਸਾਥੀਆਂ ਨੇ ਪਖੰਡੀ ਸਾਧੂ ਦਾ ਤੇਜ ਤੇ ਉਸਦੇ ਸਾਥੀਆਂ ਨੇ ਪਖੰਡੀ ਸਾਧੂ ਦਾ ਪੋਲ ਕਿਵੇਂ ਖੋਲ੍ਹਿਆ? ਇੱਕ ਦਿਨ ਤੇਜ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਖੇਤਾਂ ਵਿੱਚ ਰੋਟੀ ਲੈ ਕੇ ਗਿਆ। ਜਦੋਂ ਉਹ ਝਾੜੀਆਂ ਦੇ ਕੋਲ ਪੁੱਜਾ ਤਾਂ ਉਹ ਇੱਕ ਕਾਲੇ ਰੰਗ ਦਾ ਬੱਚੇ ਵਰਗਾ ਡਰਾਉਣਾ ਉਸਦੇ ਪੈਰਾਂ ਵਿੱਚ ਆ ਡਿੱਗਾ ਤੇ ਇੱਕ ਡੂੰਘੀ ਆਵਾਜ਼ ਆਈ। ਡੂੰਘੀ ਕੀ ਹੁੰਦੀ ਹੈ? ਗਹਿਰੀ ਆਵਾਜ਼ ਆਈ। ਉਸ ਆਵਾਜ਼ ਨੂੰ ਸੁਣ ਕੇ ਤੇਜ ਨੇ ਰੋਟੀ ਉੱਥੇ ਹੀ ਰੱਖ ਦਿੱਤੀ ਤੇ ਆਪ ਵੀ ਉੱਥੇ ਖੜਾ ਰਿਹਾ। ਜਦੋਂ ਕੁਝ ਦੇਰ ਕੋਈ ਵੀ ਰੋਟੀ ਲੈਣ ਨਾ ਆਇਆ ਤਾਂ ਉਹ ਝਾੜੀਆਂ ਦੇ ਕੋਲ ਗਿਆ ਤੇ ਉਸ ਦੇ ਸਾਥੀ ਵੀ ਉੱਥੇ ਆ ਗਏ। ਉਹਨਾਂ ਨੇ ਵੇਖਿਆ ਕਿ ਇੱਕ ਭਗਵੇ ਕੱਪੜਿਆਂ ਵਾਲਾ ਇੱਕ ਆਦਮੀ ਬੈਠਾ ਹੈ, ਜਿਸ ਨੂੰ ਤੇਜ ਨੇ ਪਛਾਣ ਲਿੱਤਾ ਕਿ ਇਹ ਤਾਂ ਉਹੀ ਪਖੰਡੀ ਸਾਧੂ ਹੈ ਜਿਹੜਾ ਸਵੇਰੇ ਸਵੇਰੇ ਰੱਬ ਦਾ ਪਿਆਰਾ ਭਗਤ ਬਣ ਕੇ ਲੋਕਾਂ ਨੂੰ ਭਗਤੀ ਸੰਗੀਤ ਸੁਣਾ ਕੇ ਜਗਾਉਂਦਾ ਸੀ। ਇਸ ਪ੍ਰਕਾਰ ਤੇਜ ਤੇ ਉਸਦੇ ਸਾਥੀਆਂ ਨੇ ਪਖੰਡੀ ਸਾਧੂ ਦਾ ਪੋਲ ਖੋਲ੍ਹਿਆ। ਇੱਕ ਦਿਨ ਬੱਚੋ ਤੇਜ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਖੇਤਾਂ ਵਿੱਚ ਰੋਟੀ ਲੈ ਕੇ ਗਿਆ। ਜਦੋਂ ਉਹ ਝਾੜੀਆਂ ਦੇ ਕੋਲ ਪਹੁੰਚਿਆ ਤਾਂ ਇੱਕ ਕਾਲੇ ਰੰਗ ਦਾ ਬੱਚੇ ਵਰਗਾ ਡਰਾਉਣਾ ਉਸਦੇ ਪੈਰਾਂ ਕੋਲ ਆ ਕੇ ਡਿੱਗਾ ਤੇ ਜਿਵੇਂ ਹੀ ਡਿੱਗਾ ਤੇ ਇੱਕ ਡੂੰਘੀ ਜਿਹੀ ਆਵਾਜ਼ ਆਈ। ਉਸ ਆਵਾਜ਼ ਨੂੰ ਸੁਣ ਕੇ ਤੇਜ ਨੇ ਰੋਟੀ
ਉੱਥੇ ਹੀ ਰੱਖ ਦਿੱਤੀ ਤੇ ਆਪ ਵੀ ਉੱਥੇ ਖੜਾ ਹੋ ਗਿਆ। ਪਰ ਜਦੋਂ ਕੁਝ ਦੇਰ ਤੱਕ ਕੋਈ ਵੀ ਰੋਟੀ ਲੈਣ ਲਈ ਨਾ ਆਇਆ ਤੇ ਤੇਜ ਝਾੜੀਆ ਦੇ ਕੋਲ ਗਿਆ ਅਤੇ ਉਸਦੇ ਸਾਥੀ ਵੀ ਆ ਗਏ। ਉਹਨਾਂ ਨੇ ਵੇਖਿਆ ਕਿ ਇੱਕ ਭਗਵੇ ਕੀ ਹੁੰਦਾ, ਜਿਹੜੇ ਸਾਧੂ ਵਾਲੇ ਕੱਪੜੇ ਹੁੰਦੇ ਹਨ, ਭਗਵੇ ਕੱਪੜੇ ਵਾਲਾ ਇੱਕ ਆਦਮੀ ਬੈਠਾ ਹੈ, ਜਿਸ ਨੂੰ ਤੇਜ ਨੇ ਪਛਾਣ ਲਿੱਤਾ ਕਿ ਇਹ ਤਾਂ ਉਹੀ ਪਖੰਡੀ ਸਾਧੂ ਹੈ ਜਿਹੜਾ ਸਵੇਰੇ ਸਵੇਰੇ ਰੱਬ ਦਾ ਪਿਆਰਾ ਬਣ ਕੇ ਲੋਕਾਂ ਨੂੰ ਭਗਤੀ ਗੀਤ ਸੁਣਾ ਕੇ ਜਗਾਉਂਦਾ ਸੀ। ਇਸ ਪ੍ਰਕਾਰ ਤੇਜ ਤੇ ਉਸਦੇ ਸਾਥੀਆਂ ਨੇ ਪਖੰਡੀ ਸਾਧੂ ਦਾ ਪੋਲ ਖੋਲਿਆ। ਅਗਲਾ ਪ੍ਰਸ਼ਨ ਹੈ ਬੱਚੋ, ਪਿੰਡ ਵਾਲੇ ਨੇ ਸਾਧੂ ਨਾਲ ਕੀ ਵਰਤਾਵ ਕੀਤਾ? ਪਿੰਡ ਵਾਲਿਆਂ ਨੂੰ ਜਦੋਂ ਪਤਾ ਚੱਲਿਆ ਕਿ ਪਖੰਡੀ ਸਾਧੂ ਹੀ ਭੂਤ ਬਣਿਆ ਹੋਇਆ ਹੈ, ਸਾਰੇ ਪਿੰਡ ਦੇ ਲੋਕਾਂ ਨੇ ਉਸ ਨੂੰ ਫਿਟਕਾਰਾਂ ਦਿੱਤੀਆਂ। ਸਾਰੇ ਪਿੰਡ ਦੇ ਲੋਕਾਂ ਨੇ ਬੱਚੋ ਉਸ ਨੂੰ ਕੀ ਦਿੱਤੀਆਂ? ਫਿਟਕਾਰਾਂ ਦਿੱਤੀਆਂ ਅਤੇ ਉਸ ਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਵਿੱਚ ਫੇਰਿਆ। ਇਸ ਪ੍ਰਕਾਰ ਦਾ ਵਰਤਾਓ ਪਿੰਡ ਵਾਲਿਆਂ ਨੇ ਸਾਧੂ ਨਾਲ ਕੀਤਾ। ਪਿੰਡ ਵਾਲਿਆਂ ਨੇ ਸਾਧੂ ਨਾਲ ਕੀ ਵਰਤਾਓ ਕੀਤਾ ਬੱਚੋ? ਪਿੰਡ ਵਾਲਿਆਂ ਨੂੰ ਜਦੋਂ ਪਤਾ ਚੱਲਿਆ ਕਿ ਜਿਹੜਾ ਪਖੰਡੀ ਸਾਧੂ ਹੀ ਭੂਤ ਬਣਿਆ ਹੋਇਆ ਹੈ ਤੇ ਉਹ ਸਾਰੇ ਪਿੰਡ ਦੇ ਲੋਕਾਂ ਨੇ ਉਸ ਨੂੰ ਕੀ ਦਿੱਤੀਆਂ? ਫਿਟਕਾਰਾਂ ਦਿੱਤੀਆਂ। ਫਿਟਕਾਰਾ ਕੀ ਹੁੰਦਾ? ਲਾਨਤਾ ਦੇਣਾ, ਕਿਸੇ ਨੂੰ ਬਦਦੁਆਵਾਂ ਦੇਣਾ, ਅਤੇ ਉਸ ਦਾ ਮੂੰਹ ਕਾਲਾ ਕਰਕੇ ਸਾਰੇ ਪਿੰਡ ਵਿੱਚ ਉਸ ਨੂੰ ਫਰਵਾਇਆ। ਇਸ ਪ੍ਰਕਾਰ ਦਾ ਵਰਤਾਓ ਪਿੰਡ ਵਾਲਿਆਂ ਨੇ ਸਾਧੂ ਨਾਲ ਕੀਤਾ। ਅਗਲਾ ਪ੍ਰਸ਼ਨ ਹੈ ਬੱਚੋ, ਦੀਪ ਤੇ ਉਸ ਦੀ ਭੈਣ ਜਦੋਂ ਖੇਤਾਂ ਨੂੰ ਜਾਂਦੇ ਤਾਂ ਉਹਨਾਂ ਨਾਲ ਕੀ ਬੀਤਦੀ? ਇਸ ਦਾ ਉੱਤਰ ਹੈ ਬੱਚੋ, ਦੀਪ ਤੇ ਉਸ ਦੀ ਭੈਣ ਜਦੋਂ ਖੇਤਾਂ ਨੂੰ ਜਾਂਦੇ ਤਾਂ ਉਹਨਾਂ ਨੂੰ ਉਹੀ ਰਸਤਾ ਪਾਰ ਕਰਨਾ ਬਹੁਤ ਔਖਾ ਲੱਗਦਾ ਸੀ। ਉਹੀ ਰਸਤਾ ਪਾਰ ਕਰਨਾ ਬਹੁਤ ਔਖਾ ਲੱਗਦਾ ਸੀ। ਜਦੋਂ ਕੋਈ ਪੰਛੀ ਉੱਡਦਾ ਤਾਂ ਉਹ ਡਰ ਜਾਂਦੇ। ਉਹਨਾਂ ਝਾੜੀਆਂ ਵਿੱਚੋਂ ਕੋਈ ਕੁੱਤਾ ਜਾਂ ਬਿੱਲੀ ਨਿਕਲਦਾ ਤਾਂ ਉਹ ਦੋਵੇਂ ਭੈਣ ਭਰਾ ਵੀ ਹੋਰ ਵੀ ਡਰ ਜਾਂਦੇ। ਇਸ ਰਸਤੇ ਨੂੰ ਪਾਰ ਕਰਨਾ ਉਹਨਾਂ ਲਈ ਭੈ ਸਾਗਰ ਦੇ ਸਮੁੰਦਰ ਨੂੰ ਪਾਰ ਕਰਨ ਦੇ ਬਰਾਬਰ ਸੀ। ਦੀਪ ਤੇ ਉਸ ਦੀ ਭੈਣ ਜਦੋਂ ਖੇਤਾਂ ਨੂੰ ਰੋਟੀ ਦੇਣ ਜਾਂਦੇ ਤੇ ਉਹਨਾਂ ਨੂੰ ਉਹ ਜਿਹੜਾ ਰਸਤਾ ਪਾਰ ਕਰਨਾ ਬੜਾ ਔਖਾ ਲੱਗਦਾ। ਜਦੋਂ ਰਸਤੇ ਵਿੱਚ ਕੋਈ ਉਹਨਾਂ ਨੂੰ ਪੰਛੀ ਉੱਡਦਾ ਤਾਂ ਉਹ ਤਾਂ ਵੀ ਡਰ ਜਾਂਦੇ, ਤੇ ਝਾੜੀਆਂ ਦੇ ਵਿੱਚੋਂ ਅਗਰ ਕੋਈ ਕੁੱਤਾ ਜਾਂ ਬਿੱਲੀ ਨਿਕਲਣ ਦੀ ਆਵਾਜ਼ ਆਉਂਦੀ ਤਾਂ ਦੋਨੋਂ ਭੈਣ ਭਰਾ ਹੋਰ ਵੀ ਡਰ ਜਾਂਦੇ। ਉਸ ਰਸਤੇ ਨੂੰ ਪਾਰ ਕਰਨਾ ਉਹਨਾਂ ਲਈ ਭੈ ਸਾਗਰ ਦੇ ਸਮੁੰਦਰ ਨੂੰ ਪਾਰ ਕਰਨ ਦੇ ਬਰਾਬਰ ਸੀ। ਇਹ ਸੀ ਬੱਚੋ ਇਸ ਪਾਠ ਦੇ ਪ੍ਰਸ਼ਨ ਉੱਤਰ। ਹੁਣ ਬੱਚੋ ਇਸ ਪਾਠ ਦੇ ਇਹ ਪ੍ਰਸ਼ਨ ਉੱਤਰ ਹਨ।